हेलो डियर स्टूडेंट्स, वेलकम टू ऑनलाइन क्लास। अज आप करांगे 7वीं क्लास का 15वां पार्ट चंद्री लूंबड़ी कहानी है, जो कि इसके लेखक हैं जसवीर भुल्लर। चंद्री लूंबड़ी कहानी जसबीर सिंह भुल्लर की लिखी हुई है। इस विच लेखक ने एकता विच बल की सिक्ख्या दी है। छोटे तो छोटे जानवर भी वड्डे जानवर उत्ते जित प्राप्त कर सकते हैं जेकर उन्हां विच एकता होवे। जिथे एकता नहीं हुंदी उत्थे ताकत टिक नहीं पाउंदी। एक जंगल विच एक लूंबड़ी सी जो ना ते सुभाਅ तो चंद्री सी। एक दिन उसनूं सारा दिन शिकार ना मिलिया। भुखे ढिड झाड़ियां विच वड़ के सौ गई। जदों उसकी जाग खुली तो उसनूं एक टहनी ते बैठा मुर्गा नज़र आया। उसे टहनी थले ही नदी वग रही सी। जिवें लूंबड़ी ने मुर्गे नूं फड़न लई छलांग लाई, मुर्गा उड़ गया ते लूंबड़ी टाणी नाल लमक के रह गई। थल्ले नदी तेज बहा नाल वह रही सी। जदों लटकदे काफ़ी समा बीत गया, लूंबड़ी दियां बाहां थक गईयां तां लूंबड़ी नदी विच डिग पई ते पानी दे वहाअ नाल रुड़न लगी। पानी दे थपेड़ियां ने लूंबड़ी नूं दूजे किनारे ला दिता। पत्थरां नाल वज वज लूंबड़ी जख्मी हो गई ते बेहोशी की हालत विच दूजे किनारे पहुंची। जदों होश आई तो उसने देखा कि उसके आले दुआले कई जीवां ने उसनूं घेर रखिया सी। लूंबड़ी दा जी कर रहा सी कि दो चार नूं दबोच के ढिड विच पा लवे, पर सट्टां ते भुख ने उसका शरीर कमज़ोर कर रखिया सी। लूंबड़ी जंगल के जानवरां नूं कुछ समा गल्लां बातां करके अंदाज़ा ला चुकी सी कि इस जंगल के जीव भोले हैं। सारे जीवां नूं उसने मन घड़त कहानी सुनाई ते नाल ये भी दस्सिया कि वो घाह खा पानी पी के पेट भरन वाली जानवर है। बुढ़े खरगोश ने कहा, तेरियां नूंदरां ते तेरे दंद तिखे हैं, जो घाह खाण वाले जानवरां दे नहीं हुंदे। सारे जीवां विच कुसर मुसर होण लगी कि ये तां मासाहारी लगदी है। पर बतख ने सारिਆਂ ਨੂੰ चुप रहण लई ते उसदी कहानी सुनन लई कहा। लूंबड़ी अगे आखण लगी कि वो नदी ते वहण नाल इत्थे पहुँच गई। उसनूं बहुत भुख लगी हुई है।
उसने उस ਲਈ ਕੁਝ ਘਾਹ ਲਿਆ ਕੇ ਦਿਓ। ਖਰਗੋਸ਼ ਨੇ ਉਸ ਨੂੰ ਘਾਹ ਪਾ ਦਿੱਤਾ। ਬੁੱਢਾ ਖਰਗੋਸ਼ ਨੇ ਉਸ ਨੂੰ ਘਾਹ ਖਾ ਕੇ ਉੱਥੋਂ ਚਲੇ ਜਾਣ ਲਈ ਕਿਹਾ, ਪਰ ਲੋਮੜੀ ਨੇ ਕਿਹਾ ਉਹ ਇੱਥੇ ਕੁਝ ਦਿਨ ਰਹਿਣਾ ਚਾਹੁੰਦੀ ਹੈ ਅਤੇ ਉਸ ਦਾ ਸਰੀਰ ਵੀ ਕਮਜ਼ੋਰ ਅਤੇ ਜ਼ਖਮੀ ਹੈ। ਆਖਰ ਬੁੱਢਾ ਸ਼ੇਰ ਹੈ ਜਿਹੜਾ ਬੁੱਢਾ ਖਰਗੋਸ਼ ਉਸਦੇ ਕਹਿਣੇ 'ਤੇ, ਬੁੱਢਾ ਸ਼ੇਰ ਉਸਦੇ ਕਹਿਣੇ 'ਤੇ ਰਾਜ਼ੀ ਹੋ ਗਿਆ। ਜੰਗਲ ਵਿੱਚੋਂ ਰੋਜ਼ ਖਰਗੋਸ਼ਾਂ ਦੀ ਗਿਣਤੀ ਘਟਣ ਲੱਗੀ। ਸਾਰੇ ਹੈਰਾਨ ਸਨ ਕਿ ਇਹ ਕੌਣ ਕਰ ਰਿਹਾ ਹੈ। ਚੰਦਰੀ ਲੂੰਬੜੀ ਦਿਨੇ ਖਰਗੋਸ਼ਾਂ ਨਾਲ ਖੇਡਦੀ ਅਤੇ ਰਾਤ ਨੂੰ ਉਹਨਾਂ ਦਾ ਸ਼ਿਕਾਰ ਕਰਦੀ ਸੀ। ਇੱਕ ਵਾਰੀ ਭੋਲੂ, ਡੱਬਾ ਅਤੇ ਪੀਲਾ, ਛੋਟੂ ਅਤੇ ਕਈ ਹੋਰ ਖਰਗੋਸ਼ ਜੰਗਲ ਤੋਂ ਕਾਫੀ ਦੂਰ ਨਿਕਲ ਗਏ। ਹਨੇਰਾ ਪੈ ਗਿਆ। ਵਾਪਸ ਪਰਤਦਿਆਂ ਉਹਨਾਂ ਦੇਖਿਆ ਕਿ ਚੰਦਰੀ ਲੋਮੜੀ ਨੇ ਇੱਕ ਖਰਗੋਸ਼ ਨੂੰ ਝਪਟਾ ਮਾਰਿਆ ਅਤੇ ਖਾਣ ਲੱਗ ਪਈ। ਇਹ ਨਜ਼ਾਰਾ ਦੇਖ ਕੇ ਸਾਰੇ ਖਰਗੋਸ਼ ਜੋਸ਼ ਵਿੱਚ ਆ ਗਏ। ਸਾਰਿਆਂ ਨੇ ਲੋਮੜੀ 'ਤੇ ਹਮਲਾ ਕਰ ਦਿੱਤਾ ਅਤੇ ਲੋਮੜੀ ਨੂੰ ਮਾਰ ਦਿੱਤਾ। ਇਹ ਖਬਰ ਜੰਗਲ ਵਿੱਚ ਅੱਗ ਵਾਂਗ ਫੈਲ ਗਈ। ਇਹ ਪਹਿਲੀ ਵਾਰ ਹੋਇਆ ਸੀ ਖਰਗੋਸ਼ਾਂ ਨੇ ਲੋਮੜੀ ਵਰਗੇ ਜਾਨਵਰ ਨੂੰ ਮਾਰ ਦਿੱਤਾ। ਬੁੱਢੇ ਖਰਗੋਸ਼ ਨੇ ਕਿਹਾ ਕਿ ਵਿੱਚ ਬਹੁਤ ਤਾਕਤ ਹੈ, ਏਕਤਾ ਵਿੱਚ ਬਹੁਤ ਤਾਕਤ ਹੁੰਦੀ ਹੈ। ਜੇ ਖਰਗੋਸ਼ ਚਾਹੁਣ ਤਾਂ ਲੋਮੜੀ ਕਿ ਉਹ ਸ਼ੇਰ ਨੂੰ ਵੀ ਮਾਰ ਸਕਦੇ ਹਨ। ਏਕਤਾ ਦੀ ਤਾਕਤ ਸਭ ਤੋਂ ਵੱਡੀ ਤਾਕਤ ਹੈ। ਇਸ ਅੱਗੇ ਕੋਈ ਤਾਕਤ ਨਹੀਂ ਟਿਕ ਸਕਦੀ। ਤਾਂ ਇਹ ਸੀ ਪਾਠ ਦਾ ਸਾਰ, ਜਿਸ ਨੂੰ ਤੁਸੀਂ ਸਿਰਫ ਸੁਣਨਾ ਹੈ। ਲਿਖਣਾ ਹੁਣ ਸ਼ੁਰੂ ਕਰਨਾ ਹੈ। ਪਾਠ ਦੇ ਅਭਿਆਸ ਪ੍ਰਸ਼ਨ। ਪਹਿਲਾ ਹੈ ਖਾਲੀ ਥਾਵਾਂ ਭਰਨੀਆਂ ਹੈ। ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ। ਪਹਿਲੇ ਖਾਲੀ ਥਾਂ 'ਚ ਕੀ ਆਊਗਾ? ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ। ਦੂਜਾ, ਉਹ ਕੁੱਕੜ ਨੂੰ ਫੜ ਕੇ ਖਾ ਲੈਣਾ ਚਾਹੁੰਦੀ ਸੀ। ਦੂਜੇ 'ਚ ਕੀ ਆਊਗਾ? ਖਾ ਲੈਣਾ ਚਾਹੁੰਦੀ ਸੀ। ਤੀਜਾ, ਚੰਦਰੀ ਲੋਮੜੀ ਖਰਗੋਸ਼ ਦੀ ਗੱਲ ਸੁਣ ਕੇ ਸਹਿਮ ਗਈ। ਖਰਗੋਸ਼ ਤੇ ਸਹਿਮ। ਖਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਇੱਕਦਮ ਖੁੱਲ੍ਹ ਗਿਆ। ਲੋਮੜੀ ਦੇ ਮਰਨ ਦੀ ਖਬਰ ਸਾਰੇ ਜੰਗਲ ਵਿੱਚ ਫੈਲ ਗਈ। ਪ੍ਰਸ਼ਨ, ਲੋਮੜੀ ਦਾ ਸੁਭਾਅ ਕਿਹੋ ਜਿਹਾ ਸੀ? ਲੋਮੜੀ ਦਾ ਸੁਭਾਅ ਬਹੁਤ ਭੈੜਾ ਸੀ। ਉਸਨੂੰ ਕਿਸੇ 'ਤੇ ਦਇਆ ਨਹੀਂ ਆਉਂਦੀ ਸੀ। ਕੁੱਕੜ ਕਿੱਥੇ ਬੈਠਾ ਸੀ? ਨਦੀ ਦੇ ਵਹਿਣ ਉੱਪਰ ਇੱਕ ਟਾਹਣੀ ਸੀ। ਕੁੱਕੜ ਉਸ ਟਾਹਣੀ 'ਤੇ ਬੈਠਾ ਸੀ। ਲੋਮੜੀ ਨੇ ਜਾਨਵਰਾਂ ਤੋਂ ਖਾਣ ਲਈ ਕੀ ਮੰਗਿਆ? ਲੋਮੜੀ ਇੱਕ ਮਾਸਾਹਾਰੀ ਜੀਵ ਸੀ, ਪਰ ਉਹ ਜੰਗਲੀ ਜਾਨਵਰਾਂ ਨੂੰ ਆਪਣਾ ਭੋਲਾਪਣ ਦਿਖਾਉਣ ਲਈ ਆਪਣੇ ਆਪ ਨੂੰ ਸ਼ਾਕਾਹਾਰੀ ਦਿਖਾਉਂਦਿਆਂ ਉਹਨਾਂ ਤੋਂ ਖਾਣ ਲਈ ਘਾਹ ਮੰਗਿਆ। ਲੋਮੜੀ ਦੇ ਦੰਦ ਕਿਹੋ ਜਿਹੇ ਸਨ? ਲੋਮੜੀ ਦੇ ਦੰਦ ਬਹੁਤ ਤਿੱਖੇ ਸਨ। ਲੋਮੜੀ ਦੇ ਮਰਨ ਦੀ ਖਬਰ ਕਿਵੇਂ ਫੈਲ ਗਈ? ਲੋਮੜੀ ਦੇ ਮਰਨ ਦੀ ਖਬਰ ਖਰਗੋਸ਼ਾਂ ਨੇ ਮਿਲ ਕੇ ਆਪਣੀਆਂ ਛੋਟੀਆਂ ਦੰਦੀਆਂ ਨਾਲ ਲੋਮੜੀ ਨੂੰ ਮਾਰ ਦਿੱਤਾ ਅਤੇ ਇਹ ਖਬਰ ਜੰਗਲ ਵਿੱਚ ਅੱਗ ਵਾਂਗ ਫੈਲ ਗਈ। ਪ੍ਰਸ਼ਨ ਹੈ, ਦਿਨ ਵੇਲੇ ਚੰਦਰੀ ਲੋਮੜੀ ਕੀ ਕਰਦੀ ਸੀ? ਉੱਤਰ ਹੈ, ਦਿਨ ਵੇਲੇ ਚੰਦਰੀ ਲੋਮੜੀ ਖਰਗੋਸ਼ਾਂ ਨਾਲ ਖੇਡਦੀ ਰਹਿੰਦੀ ਅਤੇ ਉਹਨਾਂ ਨੂੰ ਹਸਾਉਣ ਦੇ ਢੰਗ ਲੱਭਦੀ। ਦਿਨ ਵੇਲੇ ਉਹਨਾਂ ਗੂੜ੍ਹੀ ਮਿੱਤਰਤਾ ਨਿਭਾਉਂਦੀ। ਦਿਨ ਵੇਲੇ ਉਹਨਾਂ ਨਾਲ ਗੂੜ੍ਹੀ ਮਿੱਤਰਤਾ ਨਿਭਾਉਂਦੀ।
ਖਰਗੋਸ਼ ਦੇ ਗੁੰਮ ਹੋਣ ਦਾ ਭੇਤ ਕਿਵੇਂ ਖੁੱਲ੍ਹਿਆ। ਇੱਕ ਵਾਰੀ ਜੰਗਲ ਦੇ ਕਈ ਖਰਗੋਸ਼ ਖੇਡਦੇ ਖੇਡਦੇ ਕਾਫੀ ਦੂਰ ਨਿਕਲ ਗਏ, ਪਰ ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਉਹਨਾਂ ਨੇ ਵੇਖਿਆ ਕਿ ਚੰਦਰੀ ਲੂੰਬੜੀ ਨੇ ਇੱਕ ਇਕੱਲੇ ਖਰਗੋਸ਼ ਨੂੰ ਦਬੋਚ ਲਿਆ ਤੇ ਉਸ ਨੂੰ ਚੀਰ ਪਾੜ ਕੇ ਖਾਣ ਲੱਗੀ। ਇਸ ਤਰ੍ਹਾਂ ਚੰਦਰੀ ਲੂੰਬੜੀ ਦੀ ਹਕੀਕਤ ਸਾਹਮਣੇ ਆਈ ਤੇ ਗੁੰਮ ਹੋਏ ਖਰਗੋਸ਼ਾਂ ਦਾ ਭੇਤ ਖੁੱਲ੍ਹ ਗਿਆ ਤੇ ਗੁੰਮ ਹੋਏ ਖਰਗੋਸ਼ਾਂ ਦਾ ਭੇਤ ਹੈ ਉਹ ਖੁੱਲ੍ਹ ਗਿਆ। ਖਰਗੋਸ਼ਾਂ ਨੇ ਲੂੰਬੜੀ ਦੇ ਖਤਰੇ ਨੂੰ ਕਿਵੇਂ ਟਾਲਿਆ। ਜਦੋਂ ਖਰਗੋਸ਼ਾਂ ਨੇ ਚੰਦਰੀ ਲੂੰਬੜੀ ਦੀ ਹਕੀਕਤ ਪਤਾ ਲੱਗਿਆ ਤਾਂ ਉਹ ਰੋ ਵੀ ਆ ਗਏ, ਭਾਵ ਜੋਸ਼ ਵਿੱਚ ਆ ਗਏ ਤੇ ਸਾਰੇ ਖਰਗੋਸ਼ ਟੁੱਟ ਕੇ ਉਸ ਨੂੰ ਪੈ ਗਏ। ਉਹਨਾਂ ਨੇ ਆਪਣੀਆਂ ਨਿੱਕੀਆਂ ਨਿੱਕੀਆਂ ਦੰਦੀਆਂ ਨਾਲ ਉਸ ਨੂੰ ਮਾਰ ਮੁਕਾਇਆ। ਇਸ ਤਰ੍ਹਾਂ ਖਰਗੋਸ਼ਾਂ ਨੇ ਲੂੰਬੜੀ ਦੇ ਖਤਰੇ ਨੂੰ ਟਾਲਿਆ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਣਾ ਹੈ। ਜਿਵੇਂ ਸ਼ਬਦ ਹੈ ਤੜਕਸਾਰ, ਭਾਵ ਸਵੇਰੇ ਸਵੇਰੇ ਮੁਰਗਾ ਤੜਕਸਾਰ ਉੱਠ ਕੇ ਬਾਂਗ ਦਿੰਦਾ ਹੈ। ਵਹਿਣ ਭਾਵ ਬਹਾ, ਨਦੀ ਦਾ ਵਹਿਣ ਕਾਫੀ ਤੇਜ਼ ਹੈ। ਹੰਬ ਭਾਵ ਥੱਕ ਗਈ, ਲੂੰਬੜੀ ਦੌੜ ਦੌੜ ਕੇ ਹੰਬ ਗਈ। ਤਰਲਾ ਭਾਵ ਮਿੰਨਤਾਂ, ਚੰਦਰੀ ਲੂੰਬੜੀ ਜੰਗਲ ਵਿੱਚ ਰਹਿਣ ਲਈ ਜਾਨਵਰਾਂ ਅੱਗੇ ਤਰਲੇ ਕੱਢਣ ਲੱਗੀ। ਪੰਜਵਾਂ ਕੋਹਾ ਸੁੱਟਣਾ। ਖਰਗੋਸ਼ਾਂ ਨੇ ਆਪਣੀ ਨਿੱਕੀ ਨਿੱਕੀ ਦੰਦੀਆਂ ਨਾਲ ਲੂੰਬੜੀ ਨੂੰ ਖੋਹ ਸੁੱਟਿਆ ਜਾਂ ਕੋਹ ਸੁੱਟਿਆ। ਅਗਲਾ ਹੈ ਭੇਤ। ਖਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਹੁਣ ਸਾਹਮਣੇ ਆ ਗਿਆ। ਮੌਕਾ, ਲੂੰਬੜੀ ਸ਼ਿਕਾਰ ਲਈ ਮੌਕਾ ਤਲਾਸ਼ਦੀ ਰਹਿੰਦੀ। ਸੁਭਾਅ, ਜੰਗਲ ਦੇ ਸਾਰੇ ਜਾਨਵਰਾਂ ਦਾ ਸੁਭਾਅ ਭੋਲਾ ਸੀ। ਤਰਸ, ਜੀਵਾਂ 'ਤੇ ਤਰਸ ਕਰਨਾ ਚਾਹੀਦਾ ਹੈ। ਕੱਲਾਕਾਰਾ ਜੰਗਲ ਵਿੱਚ ਘੁੰਮਣਾ ਖਤਰੇ ਤੋਂ ਖਾਲੀ ਨਹੀਂ। ਨਿਢਾਲ, ਭੁੱਖ ਕਾਰਨ ਉਹ ਨਿਢਾਲ ਹੋ ਜਾਂਦਾ ਹੈ। ਹੁਣ ਹਨ ਹੇਠ ਲਿਖੇ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ। ਸ਼ਬਦ ਲਿਖੇ ਹੈ ਸੁਭਾਅ, ਦੇਵਨਾਗਰੀ 'ਚ ਲਿਖਣਾ ਇਹਨੂੰ ਹਨੇਰਾ, ਟਾਲ ਟਾਣੀ, ਟਾਹਣ ਟਾਹਣੀ, ਦੁਸ਼ਮਣ ਤੇ ਵਹਿਣ। ਘਾਹ, ਬੁੱਢਾ, ਕੱਲਾਕਾਰਾ, ਵਸ, ਜਨੌਰ, ਭਿਆਨਕ, ਧਿਆਨਕ ਨਹੀਂ ਭਿਆਨਕ ਆਊਗਾ ਇੱਥੇ। ਮੌਕਾ, ਭਗਤੀ, ਤਿਆਗ ਤੇ ਸਥਾਨ। ਇਹਨਾਂ ਨੂੰ ਇਸੇ ਤਰ੍ਹਾਂ ਹੀ ਲਿਖਣਾ ਹੈ। ਹੇਠ ਲਿਖੇ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਭਿੰਨ ਭਿੰਨ ਸ਼ਬਦ ਲਿਖੇ ਗਏ ਹਨ। ਇਹਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਪੰਜਾਬੀ ਸ਼ਬਦਾਂ ਨੂੰ ਲਿਖੋ। ਪੰਜਾਬੀ ਅਤੇ ਹਿੰਦੀ ਦੇ ਸ਼ਬਦ ਲਿਖੇ ਹੈ, ਇਹਨਾਂ ਨੂੰ ਤੁਸੀਂ ਇਸੇ ਤਰ੍ਹਾਂ ਹੀ ਲਿਖਣਾ ਹੈ। ਤਾਂ ਅੱਜ ਆਪਣਾ 7ਵੀਂ ਕਲਾਸ ਦਾ 15ਵਾਂ ਪਾਠ ਚੰਦਰੀ ਲੂੰਬੜੀ ਜੋ ਕਹਾਣੀ ਹੈ ਉਹ ਪੂਰੀ ਹੁੰਦੀ ਹੈ। ਅਗਲੀ ਵੀਡੀਓ ਦੇ ਵਿੱਚ ਆਪਾਂ ਨਵਾਂ ਲੈਸਨ ਕਰਾਂਗੇ। ਉਨੇ ਸਮੇਂ ਵਿੱਚ ਤੁਸੀਂ ਇਸ ਕੰਮ ਨੂੰ ਪੂਰਾ ਕਰਨਾ, ਸਮੇਂ ਸਿਰ ਚੈੱਕ ਕਰਵਾਉਣਾ। ਧੰਨਵਾਦ।